ਵੇਲੇ ਅਸੀਂ ਉਸ ਅਖਾੜੇ ਦੇ ਵਿੱਚ ਮੌਜੂਦ ਹਾਂ ਜਿੱਥੋਂ ਕਿ ਇੱਕ ਪੰਜਾਬ ਦਾ ਜਿਹੜਾ ਸਿਤਾਰਾ ਨਿਕਲ ਰਿਹਾ। ਬੀਤੇ ਦਿਨਾਂ ਦੀ ਗੱਲ ਕਰਾਂ ਤਾਂ ਉਸਨੇ ਇਟਲੀ ਦੇ ਵਿੱਚ ਜਿਹੜੀ ਅੰਡਰ 17 ਵਰਲਡ ਚੈਂਪੀਅਨਸ਼ਿਪ ਹੋਈ ਉਸ ਦੇ ਵਿੱਚ ਬ੍ਰੌਂਜ਼ ਮੈਡਲ ਜਿਹੜਾ ਹਾਸਲ ਕੀਤਾ। ਮੰਨਣ ਹਾਣੇ ਦੰਗਲ ਹੁੰਦਾ ਹੀ ਮੈਟ ਦਾ, ਉੱਥੇ ਮੈਂ ਭਾਰਤ ਕੁਮਾਰ ਬਣਿਆ। ਉਸ ਤੋਂ ਬਾਅਦ ਫਿਰ ਨੈਸ਼ਨਲ ਚ ਬੋਲਦਾ। ਪਹਿਲੇ ਹੀ ਟੂਰ ਸੀ ਇਹ ਮੇਰਾ। ਅਸੀਂ ਸ਼ੁਰੂ ਤੋਂ ਹੀ ਟਾਰਗੇਟ ਰੱਖਿਆ ਹੋਇਆ ਤਾਂ ਬੜੇ ਟਾਰਗੇਟ ਵੀ ਹੈਗੇ ਹਾਲੇ ਤਾਂ। ਮੇਰੇ ਪਾਪਾ ਵੀ ਪਹਿਲਾਂ ਵਧੀਆ ਭਲਵਾਨ ਰਹੇ ਜੀ, ਮਿੱਟੀ 'ਚ ਉਹ ਵੀ ਬਹੁਤ ਵਧੀਆ ਘੁਲਦੇ ਰਹੇ। ਤੇ ਹੁਣ ਮੇਰਾ ਪਹਿਲਾਂ ਕਮਲਜੀਤ ਡੂਮਛੜੀ ਮੇਰਾ ਵੀਰ ਹੈ ਜੀ, ਭਰਾ ਮੇਰਾ, ਉਹ ਵੀ ਹੁਣ ਵੀ ਲੜ ਰਹੇ ਆ ਉਹ ਆਪਣਾ ਮਿੱਟੀ ਛਿੰਝਾਂ 'ਚ ਦੰਗਲਾਂ 'ਚ। ਮੈਡਲ ਦੀ ਆਸ ਤਾਂ ਲੈ ਕੇ ਗਏ ਹੋ ਸੀ ਕਿ ਮੈਡਲ ਤਾਂ ਆਊਗਾ ਹੀ। ਵੈਸੇ 골ਡ ਦੀ ਰੱਖੀ ਹੋਈ ਸੀ ਪਰ ਕੋਈ ਨਹੀਂ, ਬ੍ਰੌਂਜ਼ ਆਇਆ ਤਾਂ ਖੁਸ਼ੀ ਹੈ। ਭਗਵੰਤ ਮਾਨ ਸਾਹਿਬ ਨੇ ਜਿੱਦਣ ਅਸੀਂ ਆਏ ਉਦੋਂ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ, ਟਵੀਟ ਕਰਕੇ ਆਪਣਾ ਇੰਸਟਾਗ੍ਰਾਮ ਤੇ ਵੀ ਪਾਇਆ ਹੋਇਆ ਸੀ। ਨਰਿੰਦਰ ਮੋਦੀ ਜੀ ਨੇ ਵੀ ਟਵੀਟ ਕੀਤਾ ਹੋਇਆ ਸੀ। ਤੇ ਵੈਸੇ 골ਡ ਦੇ 100% ਚਾਂਸ ਤੇ ਸਾਡੀ ਕਮੀ ਕਰਕੇ ਹੁਣ ਅਸੀਂ ਫੋਰਨ ਤੋਂ ਪਾਰਟਨਰ ਮਤਲਬ ਸਪੈਸ਼ਲ ਬੁਲਾਏ ਤੇ ਉਹਨਾਂ ਨੇ ਵੀ ਕੁਝ ਸਮਾਂ ਇਹਦੇ ਨਾਲ ਟ੍ਰੇਨਿੰਗ ਕਰਕੇ ਉਹਨਾਂ ਨੇ ਵੀ ਹੱਥ ਖੜੇ ਕਰਤੇ ਆ। ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਸਾਡੇ ਵੱਲੋਂ ਹੀ ਕਿਤੇ ਨਾ ਕਿਤੇ ਕਮੀ ਰਹਿ ਗਈ, ਜੇਕਰ ਉਹ ਵੀ ਪੂਰੀ ਹੋ ਜਾਂਦੀ ਤਾਂ ਇਹਨਾਂ ਦਾ 골ਡ ਵੀ ਆ ਜਾਂਦਾ। ਦੜਾਕ ਜਿੰਨੀ ਦੌੜ ਚਾਹੀਦੀ ਹੈ ਜੀ, ਜਿਮਨਾਸਟਿਕ ਜਿਹੀ ਜੀ ਜਿਮਨਾਸਟਿਕ, ਪਾਵਰ ਲਿਫਟਰ ਜਿਹੀ ਜੀ ਪਾਵਰ ਲਿਫਟਿੰਗ, ਮਤਲਬ ਭਲਵਾਨੀ 'ਚ ਨਾ ਸਾਰੀ ਚੀਜ਼ਾਂ ਦਾ ਕੋਂਬੋ ਚਾਹੀਦਾ ਜੀ। ਫਿਰ ਬੰਦਾ ਮਿਕਸ ਹੋਊਗਾ ਤਾਂ ਹੀ ਬੰਦਾ ਤਕੜਾ ਹੋਊਗਾ ਜੀ। ਜਿੰਨੀ ਪਾਵਰ ਦਾ ਜ਼ੋਰ ਲਾਊਂਗਾ ਉਨੀ ਪਾਵਰ ਵੱਧਦੀ ਹੈ ਜੀ। ਅਗਲਾ ਜਿਹੜਾ ਟਾਰਗੇਟ ਆ ਹੁਣ ਕੀ ਦੇਖ ਰਹੇ ਹੋ? ਅਗਲਾ ਟਾਰਗੇਟ 2024 ਪਹਿਲਾਂ ਪੈਰਿਸ ਓਲੰਪਿਕ ਦਾ ਹੀ, 2026 ਚ ਕਾਮਨਵੈਲਥ ਗੇਮ ਆਸਟ੍ਰੇਲੀਆ ਹੋ ਰਹੀ ਹੈ, ਉੱਥੇ ਦਾ ਟਾਰਗੇਟ, ਤੇ 2028 ਓਲੰਪਿਕ ਦਾ ਮੇਨ 골ਡ ਦਾ ਟਾਰਗੇਟ ਰੱਖਿਆ ਹੋਇਆ, ਕਰਕੇ ਦਿਖਾਉਣੀ ਹੈ। ਜੇਕਰ ਕੋਈ ਪਲੇਅਰ ਮੈਸੇਜ ਦੇਊਗਾ ਤਾਂ ਉਹ ਯੂਥ ਤੱਕ ਆਸਾਨੀ ਦੇ ਨਾਲ ਪਹੁੰਚੂ। ਜੇ ਆਪਾਂ ਟਾਰਗੇਟ ਰੱਖੂਗੇ ਤਾਂ ਆਪਾਂ ਨੂੰ ਵੀ ਹੋਊਗਾ ਦਿਮਾਗ 'ਚ ਵੀ ਹਾਂ ਆਪਾਂ ਨੇ ਉਹ ਚੀਜ਼ ਲੈਣੀ ਹੈ, ਹਾਸਲ ਕਰਨੀ ਹੈ। ਜੇ ਟਾਰਗੇਟ ਨਹੀਂ ਹੈਗਾ ਫਿਰ ਤਾਂ ਆਪਾਂ ਬਸ ਚੱਲੀ ਜਾਂਦੇ ਹਾਂ, ਕੋਈ ਉਹਦਾ ਉਹੀ ਨਹੀਂ ਹੈਗਾ। ਟਾਰਗੇਟ ਰੱਖ ਕੇ ਚੱਲੋ। ਟੀਵੀ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਸਾਡੇ ਇਸ ਖਾਸ ਪ੍ਰੋਗਰਾਮ ਸਪੋਰਟਸ ਸਟਾਰ ਦੇ ਵਿੱਚ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਇੱਕ ਖਿਡਾਰੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਸ ਨੇ ਖੇਡਾਂ ਦੀ ਦੁਨੀਆ ਦੇ ਵਿੱਚ ਮੱਲਾਂ ਮਾਰੀਆਂ ਹੋਣ। ਤੇ ਇਸ ਵੇਲੇ ਅਸੀਂ ਉਸ ਅਖਾੜੇ ਦੇ ਵਿੱਚ ਮੌਜੂਦ ਹਾਂ ਜਿੱਥੋਂ ਕਿ ਇੱਕ ਪੰਜਾਬ ਦਾ ਜਿਹੜਾ ਸਿਤਾਰਾ ਨਿਕਲ ਰਿਹਾ। ਤੇ ਬੀਤੇ ਦਿਨਾਂ ਦੀ ਗੱਲ ਕਰਾਂ ਤਾਂ ਉਸਨੇ ਇਟਲੀ ਦੇ ਵਿੱਚ ਜਿਹੜੀ ਅੰਡਰ 17 ਵਰਲਡ ਚੈਂਪੀਅਨਸ਼ਿਪ ਹੋਈ ਉਸ ਦੇ ਵਿੱਚ ਬ੍ਰੌਂਜ਼ ਮੈਡਲ ਜਿਹੜਾ ਹਾਸਲ ਕੀਤਾ। ਮੇਰੇ ਨਾਲ ਮੌਜੂਦ ਨੇ ਜਿਸ ਖਿਡਾਰੀ ਦੀ ਮੈਂ ਗੱਲ ਕਰ ਰਿਹਾ ਜੋ ਕਿ ਰੈਸਲਰ ਨੇ, ਕੁਸ਼ਤੀ ਜਿਹੜੀ ਉਹਨਾਂ ਦੀ ਖੇਡ ਆ, ਜਸਪੂਰਨ ਸਿੰਘ ਮੇਰੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦੇ ਕੋਚ ਵੀ ਇੱਥੇ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਸਫ਼ਰ ਦੀ ਆਪਣੀ ਸ਼ੁਰੂਆਤ ਕੀਤੀ ਸੀ। ਜਸਪੂਰਨ ਜੀ, ਸਭ ਤੋਂ ਪਹਿਲਾਂ ਦਾ ਸਵਾਗਤ ਹੈ ਟੀਵੀ ਪੰਜਾਬ ਤੇ। ਧੰਨਵਾਦ ਜੀ ਤੁਹਾਡਾ। ਤੇ ਜੇਕਰ ਮੈਂ ਤੁਹਾਡੇ ਸਫ਼ਰ ਦੀ ਸ਼ੁਰੂਆਤ ਕਰਾਂ, ਬਹੁਤ ਘੱਟ ਉਮਰ ਦੇ ਵਿੱਚ ਮੈਂ ਕਹੂੰਗਾ ਕਿ ਤੁਸੀਂ ਵੱਡਾ ਖਿਤਾਬ ਜਿਹੜਾ ਆਪਣੇ ਨਾਮ ਕੀਤਾ। ਇਟਲੀ ਦੇ ਵਿੱਚ ਜਾ ਕੇ ਤੁਸੀਂ ਬ੍ਰੌਂਜ਼ ਮੈਡਲ ਜਿਹੜਾ ਪੰਜਾਬ ਅਤੇ ਪੂਰੇ ਦੇਸ਼ ਦਾ ਵੀ ਨਾਮ ਰੌਸ਼ਨ ਕੀਤਾ। ਕਿਹੋ ਜਿਹਾ ਲੱਗ ਰਿਹਾ? ਕਿਉਂਕਿ ਬਹੁਤ ਜੇਕਰ ਖੇਡਾਂ ਦੀ ਗੱਲ ਹੁੰਦੀ ਆ ਤਾਂ ਬਹੁਤ ਸਾਰੀ ਉਮਰ ਜਿਹੜੀ ਕਈਆਂ ਦੀ ਲੰਘ ਜਾਂਦੀ ਹੈ ਜਾਂ ਫਿਰ ਬਹੁਤ ਜਿਹੜਾ ਸਮਾਂ ਗਰਾਊਂਡ ਨੂੰ ਉਹ ਵੀ ਦੇਣਾ ਪੈਂਦਾ। ਅਸੀਂ ਸ਼ੁਰੂ ਤੋਂ ਹੀ ਟਾਰਗੇਟ ਰੱਖਿਆ ਹੋਇਆ ਤਾਂ ਸ਼ੁਰੂ ਤੋਂ ਬਚਪਨ ਤੋਂ ਹੀ ਇਸ ਗੇਮ ਦਾ ਮੈਨੂੰ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਲਗਾਵ ਵੀ ਹੈਗਾ। ਤਾਂ 9 ਸਾਲ ਦਾ ਮੈਂ ਇੱਥੇ ਭਲਵਾਨ ਜੀ ਕੋਲ ਆ ਗਿਆ। ਤਾਂ 2014 ਚ ਭਲਵਾਨੀ ਟ੍ਰੇਨਿੰਗ ਸ਼ੁਰੂ ਕਰਤੀ ਸੀ ਪੂਰੀ। ਤੇ ਉਦੋਂ ਤੋਂ ਬਾਅਦ ਬਸ ਟਾਰਗੇਟ ਲੈ ਕੇ ਚੱਲੇ ਹੋਏ ਆ ਜੀ। ਹਾਲੇ ਤਾਂ ਹੋਰ ਬੜੇ ਟਾਰਗੇਟ ਵੀ ਹੈਗੇ ਹਾਲੇ ਤਾਂ, ਪਰ ਇਹ ਥੋੜ੍ਹਾ ਜਿਹਾ ਆਪਣਾ ਅਚੀਵ ਕੀਤਾ ਜੋ ਥਾ ਟਾਰਗੇਟ ਪਹਿਲਾਂ ਰੱਖਿਆ ਹੋਇਆ, ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਤੇ ਜਿਸ ਕੋਈ ਵੀ ਖਿਡਾਰੀ ਹੋਵੇ, ਕੋਈ ਵੀ ਖੇਡ ਹੋਵੇ, ਵੱਡਾ ਮੁਕਾਮ ਹਾਸਿਲ ਕਰਦਾ ਪਰਿਵਾਰ ਦੇ ਲਈ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਜਦੋਂ ਖੇਡ ਦੇ ਵਿੱਚ ਆਉਣਾ ਹੁੰਦਾ ਤਾਂ ਬਹੁਤ ਸੋਚਣਾ ਪੈਂਦਾ ਇੱਕ ਖਿਡਾਰੀ ਨੂੰ ਕਿ ਮੈਂ ਕਿਹੜੀ ਖੇਡ ਦੇ ਵਿੱਚ ਜਾਵਾਂ। ਕੁਸ਼ਤੀ ਤੁਸੀਂ ਚੁਣੀ ਹੈ, ਰੈਸਲਿੰਗ ਤੁਸੀਂ ਕਰਦੇ ਹੋ, ਭਲਵਾਨੀ ਕਹਿ ਲਾਂ ਜੇਕਰ ਮੈਂ ਦੇਸੀ ਭਾਸ਼ਾ ਦਾ ਵਰਤੋਂ ਕਰਾਂ। ਪਰ ਭਲਵਾਨੀ ਹੀ ਤੁਸੀਂ ਕਿਉਂ ਚੁਣੀ? ਕਿਉਂਕਿ ਜੇਕਰ ਤੁਸੀਂ ਭਲਵਾਨੀ ਚੁਣੀ ਹੈ ਤਾਂ ਉਸ ਦੇ ਵਿੱਚ ਖੁਰਾਕ ਦੀ ਬਹੁਤ ਲੋੜ ਆ, ਸਰੀਰ ਨੂੰ ਬਹੁਤ ਸਮਾਂ ਦੇਣਾ ਪੈਂਦਾ, ਪ੍ਰੈਕਟਿਸ ਲਈ ਬਹੁਤ ਮਿਹਨਤ ਲੱਗਦੀ ਆ। ਕੀ ਕਾਰਨ ਸੀ ਜਿਹੜਾ ਤੁਸੀਂ ਭਲਵਾਨੀ ਦੇ ਵਿੱਚ ਆਏ? ਮੇਰੇ ਸ਼ੁਰੂ ਤੋਂ ਮੇਰੇ ਪਾਪਾ ਵੀ ਪਹਿਲਾਂ ਵਧੀਆ ਭਲਵਾਨ ਰਹੇ ਜੀ, ਮਿੱਟੀ 'ਚ ਉਹ ਵੀ ਬਹੁਤ ਵਧੀਆ ਘੁਲਦੇ ਰਹੇ। ਤੇ ਹੁਣ ਮੇਰਾ ਪਹਿਲਾਂ ਕਮਲਜੀਤ ਡੂਮਛੜੀ ਮੇਰਾ ਵੀਰ ਹੈ ਜੀ, ਭਰਾ ਮੇਰਾ, ਉਹ ਵੀ ਹੁਣ ਵੀ ਲੜ ਰਹੇ ਆ ਉਹ ਆਪਣਾ ਮਿੱਟੀ ਛਿੰਝਾਂ 'ਚ ਦੰਗਲਾਂ 'ਚ। ਤੇ ਸ਼ੁਰੂ ਤੋਂ ਫੈਮਿਲੀ ਦਾ ਮਾਹੌਲ ਉਹ ਸੀ, ਛੋਟੇ ਹੁੰਦੇ ਤੇ ਬਸ ਸਾਰਾ ਦਿਨ ਕੰਨ 'ਚ ਵੀ ਇੱਥੇ ਕੁਸ਼ਤੀ ਹੋਈ, ਉੱਥੇ ਕੁਸ਼ਤੀ ਹੋਈ। ਫਿਰ ਆਪਣੇ ਆਪ ਲਗਾਵ ਹੋਣਾ ਸ਼ੁਰੂ ਹੋ ਗਿਆ ਜੀ। ਉਹ ਤੋਂ ਬਾਅਦ ਫਿਰ ਮੇਰਾ ਵੀ ਇਸ ਵੱਲ ਆਪਣਾ ਕੁਸ਼ਤੀ ਵੱਲ ਲਗਾਵ ਵਧਿਆ ਤੇ ਮੈਂ ਵੀ ਸ਼ੁਰੂ ਕੀਤੀ ਪਾਪਾ ਨੂੰ। ਤੁਸੀਂ ਅੰਡਰ 17 ਦਾ ਜਿਹੜਾ ਇਟਲੀ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਆ, ਉੱਥੇ ਤੁਸੀਂ ਦੇਸ਼ ਦੇ ਲਈ ਜਿਹੜਾ ਬ੍ਰੌਂਜ਼ ਮੈਡਲ ਜਿੱਤਿਆ, ਵੱਡਾ ਮੁਕਾਮ ਹਾਸਿਲ ਕੀਤਾ ਖੇਡਾਂ ਦੀ ਦੁਨੀਆ ਦੇ ਵਿੱਚ। ਪਰ ਅੰਡਰ 17 ਦੇ ਵਿੱਚ ਜੇਕਰ ਤੁਸੀਂ ਇਹ ਬ੍ਰੌਂਜ਼ ਮੈਡਲ ਹਾਸਿਲ ਕਰ ਲਿਆ, ਉਸ ਤੋਂ ਪਹਿਲਾਂ ਜਿਹੜਾ ਤੁਹਾਡੇ ਇਸ ਗੇਮ ਦੀ ਸ਼ੁਰੂਆਤ, ਖੇਡ ਦੀ ਸ਼ੁਰੂਆਤ ਜਾਂ ਫਿਰ ਮੈਂ ਸਫ਼ਰ ਦੀ ਸ਼ੁਰੂਆਤ ਕਹਿ ਲਾਂ, ਕਦੋਂ ਤੋਂ ਜਿਹੜਾ ਕਿੰਨੇ ਸਾਲਾਂ ਦੇ ਸੀ ਜੋ ਤੁਸੀਂ ਪ੍ਰੈਕਟਿਸ ਜਿਹੜੀ ਮੈਂ ਕਹੂੰਗਾ ਬਤੌਰ ਭਲਵਾਨੀ ਜਿਹੜੀ ਤੁਸੀਂ ਸ਼ੁਰੂ ਕਰ ਲਈ ਸੀ? 2014 ਸ਼ੁਰੂ ਕੀਤੀ ਸੀ।
15 ਮਾਰਚ ਨੂੰ ਸ਼ੁਰੂ ਕੀਤੀ ਸੀ ਤੇ ਉਹ ਤੋਂ ਬਾਅਦ ਬਸ ਪਹਿਲਾਂ ਇਹ ਵੈਸੇ ਮੇਰਾ ਪਹਿਲਾ ਨੈਸ਼ਨਲ ਲੜਿਆ ਸੀ ਮੈਂ। ਬਹੁਤ ਘੱਟ ਪਲੇਅਰ ਹੁੰਦੇ ਨੇ ਕਿ ਤਰੀਕ ਵੀ ਯਾਦ ਹੋਵੇ ਕਦੋਂ ਸ਼ੁਰੂਆਤ ਕੀਤੀ। ਉਹ ਲਿਖੀ ਹੋਈ ਹੈ ਸ਼ੁਰੂ ਤੋਂ ਵੀ, ਆਪਣਾ ਰਿਕਾਰਡ ਰੱਖਣਾ ਗਾਹਾਂ ਤੱਕ ਵੀ ਜਦ ਤੱਕ ਅੱਗੇ ਪਹੁੰਚਣਾ। ਤੇ ਉਹ ਤੋਂ ਬਾਅਦ ਬਸ 2014 'ਚ ਸ਼ੁਰੂ ਕੀਤੀ ਸੀ ਤੇ ਬਸ ਅੱਗੇ ਫਿਰ ਪਹਿਲੀ ਨੈਸ਼ਨਲ ਲੜਿਆ ਸੀ ਮੈਂ, ਪਹਿਲਾ ਹੀ ਟੂਰ ਸੀ ਇਹ ਮੇਰਾ। ਤੇ ਇਹ ਤੇ ਪਹਿਲਾਂ ਮੈਂ ਪ੍ਰਾਈਵੇਟ ਕੰਪੀਟੀਸ਼ਨ ਲੜੇ ਆ ਤੇ ਪਹਿਲੀ ਨੈਸ਼ਨਲ 'ਚੋਂ ਮੈਡਲ ਆਇਆ ਤੇ ਟੂਰ ਲੱਗੇ ਜੀ ਪਹਿਲੀ 'ਚ। ਜਿਹੜਾ ਤੁਸੀਂ ਵਿਦੇਸ਼ਾਂ ਦੇ ਵਿੱਚ ਗਏ ਹੋ ਇਹ ਤੁਹਾਡਾ ਪਹਿਲੇ ਹਾਂ, ਮੇਰੀ ਪਹਿਲੀ ਨੈਸ਼ਨਲ ਵੀ ਪਹਿਲੀ ਲੜਿਆ ਸੀ ਮੈਂ ਇਹ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਟੂਰਨਾਮੈਂਟ ਹੁੰਦੇ ਨੇ, ਉਦੋਂ ਵੀ ਇੱਥੇ ਲਗਾਤਾਰ ਖੇਡੇ। ਹਾਂਜੀ, ਮੈਂ ਲੜਦਾ ਰਹਿੰਦਾ ਛੋਟੇ ਬੱਚਿਆਂ 'ਚ, ਕਿਤੇ ਪੰਜਾਬ ਬਾਲ ਕੇਸਰੀ ਆ ਟਾਈਟਲ ਪਹਿਲਾਂ ਉਹ ਤਾਂ ਪ੍ਰਾਈਵੇਟ ਹੁੰਦੇ ਆ ਜੀ ਵੈਸੇ, ਉਹ ਸਰਕਾਰੀ ਨਹੀਂ, ਸਰਕਾਰੀ ਸੀ। ਤੇ ਪਿਛਲੇ ਸਾਲ ਇਸ ਸਾਲ ਮੈਂ ਉੱਥੇ ਭਾਰਤ ਕੁਮਾਰ ਵੀ ਬਣਿਆ ਤਾਂ ਆਪਣਾ ਮੰਨਣ ਹਾਣੇ ਦੰਗਲ ਹੁੰਦਾ ਜੀ ਮੈਟ ਦਾ, ਉੱਥੇ ਮੈਂ ਭਾਰਤ ਕੁਮਾਰ ਬਣਿਆ। ਉਸ ਤੋਂ ਬਾਅਦ ਫਿਰ ਨੈਸ਼ਨਲ 'ਚ ਗੋਲਡ ਆਇਆ। ਇਹ ਵੀ ਹੁੰਦਾ ਕਿ ਜਦੋਂ ਆਪਾਂ ਕਿਸੇ ਵੀ ਖੇਡ ਦੇ ਵਿੱਚ ਚਲੇ ਜਾਂਦੇ ਹਾਂ, ਆਪਾਂ ਨੂੰ ਕਈ ਵਾਰ ਜਿਹੜੇ ਟੂਰਨਾਮੈਂਟ ਹੁੰਦੇ ਨੇ ਜਦੋਂ ਪਤਾ ਲੱਗਦਾ ਕਿਸ ਤਰ੍ਹਾਂ ਇਹ ਪੂਰੀ ਪ੍ਰਕਿਰਿਆ ਜਿਹੜੀ ਹੋਈ ਸੀ ਟੂਰਨਾਮੈਂਟ ਦਾ, ਤੁਹਾਨੂੰ ਕਿ ਇਟਲੀ ਦੇ ਵਿੱਚ ਟੂਰਨਾਮੈਂਟ ਹੋਣਾ, ਕਿਵੇਂ ਤੁਹਾਡੀ ਸਿਲੈਕਸ਼ਨ ਹੋਈ, ਕਿਵੇਂ ਸੀ ਉਹ ਪੂਰਾ ਦੱਸੋ। ਇਹ ਆਪਣਾ 2-3 ਸਾਲ ਪਹਿਲਾਂ ਉਹਦੇ ਤੇ ਯੂਨਾਈਟਿਡ ਵਰਲਡ ਰੈਸਲਿੰਗ ਦਾ ਪੇਜ ਹੈ ਆਪਣਾ ਗੂਗਲ ਤੇ, ਉਹ ਤੇ ਉਹ ਦੱਸ ਦਿੰਦੇ ਆ ਕਿ ਨੋਟੀਫਿਕੇਸ਼ਨ। ਹਾਂਜੀ, ਨੋਟੀਫਿਕੇਸ਼ਨ ਆ, ਮੈਂ ਚੈੱਕ ਕਰਦਾ ਰਹਿੰਦਾ ਹੁੰਦਾ ਰੋਜ਼ ਕਿ ਆਹ ਈਵੈਂਟ ਕਿੱਥੇ ਹੋ ਰਿਹਾ ਕਿੱਥੇ ਨਹੀਂ। ਤੇ ਮੇਰਾ 3 ਸਾਲ ਪਹਿਲਾਂ ਹੀ ਮੈਂ ਆਪਣਾ ਵੀ ਟਾਰਗੇਟ ਰੱਖ ਲਿਆ ਤੇ ਵੀ 2022 'ਚ ਜਿਹੜੀ ਕੈਡਿਟ ਵਰਲਡ ਚੈਂਪੀਅਨਸ਼ਿਪ ਹੋਣੀ ਉੱਥੇ ਮੈਡਲ ਲੈ ਕੇ ਆਉਣਾ ਤੇ ਜ਼ਰੂਰ ਖੇਲਣੀ ਆ ਉਹ। ਤੇ ਉਹ ਤੋਂ ਬਾਅਦ ਫਿਰ ਐਤਕੀ ਮੈਂ ਨੈਸ਼ਨਲ ਲੜਿਆ, ਨੈਸ਼ਨਲ 'ਚੋਂ ਗੋਲਡ ਆਇਆ ਤੇ ਬਾਅਦ 'ਚ ਫਿਰ ਟੂਰ ਲੱਗਿਆ, ਬਾਹਰੋਂ ਵੀ ਮੈਡਲ ਆਇਆ। ਪਹਿਲਾਂ ਟਾਰਗੇਟ ਰੱਖਿਆ ਹੋਇਆ ਸੀ, ਐਂ ਨਹੀਂ ਸੀ ਵੀ ਬਸ ਚੱਲੇ ਜੀ। ਮਤਲਬ ਤੁਹਾਨੂੰ ਇਹ ਜਿਹੜਾ ਟੂਰਨਾਮੈਂਟ ਹੋਇਆ 3-4 ਸਾਲ ਪਹਿਲਾਂ ਇਸ ਬਾਰੇ ਜਿਹੜੀ ਹਾਂਜੀ, ਮੈਨੂੰ ਨੋਟੀਫਿਕੇਸ਼ਨ ਪਤਾ ਸੀ ਵੀ ਇਟਲੀ 'ਚ ਹੋ ਰਿਹਾ, ਰੋਮ 'ਚ ਹੋ ਰਿਹਾ, ਤੇ ਮੈਂ ਕਹੀ ਜਾਂਦਾ ਵੀ ਇਟਲੀ 'ਚ ਜਾਣਾ, ਰੋਮ 'ਚ ਜਾਣਾ। ਸ਼ੁਰੂ ਤੋਂ ਜਦ ਸਿਲੈਕਸ਼ਨ ਵੀ ਕੁਛ ਨਹੀਂ ਸੀ ਹੋਇਆ ਜੀ, ਤੇ ਬਾਕੀ ਬਸ ਫਿਰ ਸਿਲੈਕਸ਼ਨ ਹੋਈ ਤੇ ਬਾਹਰੋਂ ਵੀ ਮੈਡਲ ਦੀ ਆਸ ਤਾਂ ਲੈ ਕੇ ਗਏ ਹੋ ਸੀ ਕਿ ਮੈਡਲ ਤਾਂ ਆਊਗਾ ਹੀ। ਵੈਸੇ ਗੋਲਡ ਦੀ ਰੱਖੀ ਹੋਈ ਸੀ ਪਰ ਕੋਈ ਨਹੀਂ, ਬ੍ਰੌਂਜ਼ ਆਇਆ ਤਾਂ ਖੁਸ਼ੀ ਹੈ ਜੀ ਉਹਦੀ। ਕਿਹੋ ਜਿਹਾ ਮਹਿਸੂਸ ਹੋਇਆ ਸੀ, ਕਿਉਂਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਸੂਬੇ ਦਾ, ਦੇਸ਼ ਦਾ ਨਾਮ ਰੌਸ਼ਨ ਕਰਨਾ, ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਜੇਕਰ ਤੁਸੀਂ ਤੁਹਾਡੀ ਸਿਲੈਕਸ਼ਨ ਹੋਈ ਹੈ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਖੇਡ ਰਹੇ ਹੋ, ਪਰ ਤੁਸੀਂ ਤਾਂ ਮੈਡਲ ਜਿਹੜਾ ਉਹ ਵੀ ਆਪਣੇ ਨਾਮ ਕੀਤਾ। ਪਰ ਮੇਰਾ ਉੱਥੇ ਮੈਂ ਪੰਜਾਬ ਦਾ ਇਕੱਲਾ ਹੀ ਸੀ। ਆਪਣਾ ਇੱਕ ਸਾਡੇ ਨਾਲ ਕੋਚ ਸਾਹਿਬ ਸੀ, ਉਹ ਵੀ ਪੰਜਾਬ ਤੋਂ ਸੀ, ਬਾਕੀ ਸਾਰੇ ਜਿੱਕਣਾ ਹਰਿਆਣੇ ਤੋਂ ਸੀ, ਕੋਈ ਅਲੱਗ-ਅਲੱਗ ਆਪਣਾ ਸਟੇਟਾਂ ਤੋਂ ਸੀ, ਇਕੱਲਾ ਪੰਜਾਬ ਦਾ ਇਕੱਲਾ ਮੈਂ ਹੀ ਸੀ। ਤੇ ਬਾਕੀ ਪਹਿਲਾ ਟੂਰ ਸੀ, ਥੋੜੀ ਨਰਵਸਨੈਸ ਤਾਂ ਹੁੰਦੀ ਹੈ। ਤੇ ਬਾਕੀ ਉੱਥੇ ਫਿਰ ਉਹਦੇ ਫੈਮਿਲੀ ਨਾਲ, ਘਰੇ ਭਲਵਾਨ ਜੀ ਨਾਲ ਗੱਲ ਕਰਕੇ, ਪਾਪਾ ਨਾਲ ਗੱਲ ਕਰਕੇ ਥੋੜੀ ਫਿਰ ਹੱਲਾਸ਼ੇਰੀ ਜੀਦਾਰੀ ਮਿਲ ਜਾਂਦੀ ਹੈ, ਉਹਦੇ ਨਾਲ ਵਧੀਆ ਪਰਫਾਰਮੈਂਸ ਰਹੀ ਜੀ ਉੱਥੇ। ਤੇ ਤੁਸੀਂ ਜ਼ਿਕਰ ਕੀਤਾ ਕਿ 3-4 ਸਾਲ ਪਹਿਲਾਂ ਜਿਹੜਾ ਤੁਹਾਨੂੰ ਇਸ ਟੂਰਨਾਮੈਂਟ ਦੇ ਬਾਰੇ ਪਤਾ ਲੱਗਿਆ ਸੀ। ਜੇਕਰ ਮੈਂ ਇਸ ਗੇਮ ਦੀ ਗੱਲ ਕਰ ਲਾਂ, ਭਲਵਾਨੇ ਦੀ ਗੱਲ ਕਰ ਲਾਂ, ਅਖਾੜਿਆਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਮਾਂ ਜਿਹੜਾ ਦੇਣਾ ਪੈਂਦਾ ਅਖਾੜਿਆਂ ਦੇ ਵਿੱਚ ਜਾ ਕੇ। ਕਿੰਨਾ ਕੁ ਸਮਾਂ ਸੀ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਖਾੜੇ ਦੇ ਵਿੱਚ ਬਿਤਾਉਂਦੇ ਸੀ, ਕਿੰਨੀ ਕੁ ਮਿਹਨਤ ਸੀ, ਕੀ ਜਿਹੜਾ ਤੁਹਾਡਾ ਪੂਰਾ ਸ਼ਡਿਊਲ ਸੀ, ਕਿੰਨਾ ਕੁ ਸੀ? ਮੇਰੇ ਜਦ ਮੈਂ ਸ਼ੁਰੂ ਆਪਣਾ 2014 ਸ਼ੁਰੂ ਕੀਤੀ ਹੈ ਤੇ ਉਦੋਂ ਮੈਂ ਫਸਟ ਜਾਂ ਸੈਕਿੰਡ ਕਲਾਸ 'ਚ ਹੋਣਾ ਜੀ। ਉਦੋਂ ਬਸ ਆਪਣਾ ਨਾਲ ਹੀ ਪਹਿਲਾਂ ਸਕੂਲ ਜਾਣਾ, ਪਹਿਲਾਂ ਸਵੇਰੇ ਟ੍ਰੇਨਿੰਗ ਕਰਨੀ, ਆਪਣਾ ਜਦ 5 ਵਜੇ ਦਾ ਟ੍ਰੇਨਿੰਗ ਦਾ ਟਾਈਮ ਹੁੰਦਾ, 5 ਤੋਂ 7 ਟ੍ਰੇਨਿੰਗ, ਫਿਰ ਜਦ ਘਰੇ ਜਾ ਕੇ ਕੱਪੜੇ ਬਦਲ ਕੇ ਨਹਾ ਧੋ ਕੇ ਫਿਰ 7:30 ਸਕੂਲ ਜਾਂਦਾ ਤਾ ਜੀ। 3 ਵਜੇ ਸਕੂਲ ਤੋਂ ਵਾਪਸ ਆ ਕੇ ਫਿਰ ਜਦ ਖਾੜੇ 'ਚ ਆ ਜਾਣਾ ਜੀ, ਉਰੇ ਟ੍ਰੇਨਿੰਗ ਕਰਕੇ ਦੁਬਾਰਾ ਫਿਰ ਸ਼ਾਮ ਨੂੰ ਟਿਊਸ਼ਨ ਜਾਣਾ ਜੀ। ਵੀ ਸ਼ਡਿਊਲ ਸਾਰਾ ਬਿਜ਼ੀ ਹੁੰਦਾ ਸੀ ਵੀ ਹੋਰ ਕਿਸੇ ਕੰਮ ਜੋਗਾ ਟਾਈਮ ਨਹੀਂ ਸੀ ਬਸ ਉਹਦੇ। ਹੁਣ ਥੋੜਾ ਜਿਹਾ ਆਪਣਾ ਫ੍ਰੀ ਹੋਏ ਆ, ਆਪਣਾ ਪੜ੍ਹਾਈ ਥੋੜੀ ਹੋ ਕਰੀ, ਪਰ ਪਹਿਲਾਂ ਮੈਂ 10th ਤੱਕ ਰੈਗੂਲਰ ਰਿਹਾ ਜੀ। ਕਿ ਉਸ ਤੋਂ ਬਾਅਦ ਜੋ ਤੁਹਾਨੂੰ ਪਤਾ ਲੱਗਿਆ ਸੀ ਕਿ ਟੂਰਨਾਮੈਂਟ ਆ, ਤੁਸੀਂ ਵੀ ਸੋਚਿਆ ਹੋਣਾ ਕਿ ਮੈਂ ਉੱਥੇ ਮੈਡਲ ਜਿਹੜਾ ਤਗਮਾ ਜਿੱਤਣਾ, ਉਸ ਤੋਂ ਬਾਅਦ ਕੋਈ ਚੇਂਜ ਕੀਤਾ ਸੀ ਆਪਣੀ ਪ੍ਰੈਕਟਿਸ ਦੇ ਵਿੱਚ ਕਿ ਹੁਣ ਹੋਰ ਸਮਾਂ ਦੇਣਾ? ਪ੍ਰੈਕਟਿਸ ਹੀ ਬਸ ਜਦ ਟੂਰਨਾਮੈਂਟ ਦਾ ਪਤਾ ਲੱਗਿਆ ਵੀ ਟੂਰਨਾਮੈਂਟ ਨੇੜੇ ਆ ਗਿਆ, ਪਹਿਲਾਂ 2 ਟਾਈਮ ਕਰਦੇ, ਫਿਰ 3 ਟਾਈਮ ਕਰਤੀ ਸੀ ਟ੍ਰੇਨਿੰਗ, ਵੀ ਐਕਸਟਰਾ ਕਰਨੀ ਸ਼ੁਰੂ ਕਰਤੀ ਸੀ ਵੀ ਪਤਾ ਵੀ ਪਰਫਾਰਮੈਂਸ ਦੇਣੀ ਆ ਹੁਣ ਉੱਥੇ। ਤੇ ਫਿਰ ਮੈਂ ਤੁਹਾਨੂੰ ਦੱਸਦਾ ਕਿ ਜਸਪੂਰਨ ਦੇ ਜੋ ਕੋਚ ਨੇ, ਜੋ ਇੱਥੇ ਲਗਾਤਾਰ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਖਾੜੇ ਦੇ ਵਿੱਚ, ਉਹ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਰ, ਸਵਾਗਤ ਹੈ ਤੁਹਾਡਾ ਵੀ। ਤੇ ਜੇਕਰ ਕੋਈ ਪੜ੍ਹਾਈ ਦੇ ਵਿੱਚ ਕਹੀਏ ਕਿ ਸਟੂਡੈਂਟ ਜਾਂ ਫਿਰ ਕੋਈ ਵਿਦਿਆਰਥੀ ਹੁੰਦਾ ਮੱਲਾ ਮਾਰਦਾ, ਤਾਂ ਜਿਹੜੇ ਮਾਪੇ ਹੁੰਦੇ ਨੇ ਉਹਨਾਂ ਦੇ ਨਾਲ ਅਧਿਆਪਕਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਨ੍ਹਾਂ ਦੇ ਵੱਲੋਂ ਪੜ੍ਹਾਇਆ ਜਾਂਦਾ। ਖਿਡਾਰੀਆਂ ਦੀ ਗੱਲ ਕਰ ਲਾਂ ਤਾਂ ਉਹਨਾਂ ਦੇ ਗੁਰੂ, ਉਹਨਾਂ ਦੇ ਕੋਚ ਹੁੰਦੇ ਨੇ ਜਿਹੜੇ ਉਹਨਾਂ ਨੂੰ ਗਰਾਊਂਡ ਜਾਂ ਫਿਰ ਖਾੜਿਆਂ ਦੇ ਵਿੱਚ ਟ੍ਰੇਨਿੰਗ ਦਿੰਦੇ ਨੇ। ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਜਿਹੜੇ ਤੁਸੀਂ ਪਲੇਅਰ ਨੂੰ, ਖਿਡਾਰੀ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਅਤੇ ਉਸ ਟ੍ਰੇਨਿੰਗ ਦਾ ਜਿਹੜਾ ਮੁੱਲ ਉਹਨੇ ਇਟਲੀ ਦੇ ਵਿੱਚ ਜਾ ਕੇ ਮੋੜਿਆ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸ਼ੁਰੂ ਤੋਂ ਹੀ ਮਿਹਨਤੀ ਸੀ। ਸਾਡੇ ਕੋਲ ਜਾਰਜੀਆ ਦਾ ਕੋਚ ਸੀ। ਜਾਰਜੀਆ ਵਾਲੇ ਕੋਚ ਨੇ ਮਤਲਬ ਪਹਿਲਾਂ ਹੀ, ਜਿਸ ਤਰ੍ਹਾਂ ਆਪਾਂ ਕਹਿੰਦੇ ਆ, ਮਤਲਬ ਇਹ 100% ਵਰਲਡ ਚੈਂਪੀਅਨ, ਓਲੰਪਿਕ 'ਚ ਮੈਡਲ ਲੈ ਕੇ ਆਊਂਗਾ ਜੀ। ਤੇ ਇਹਦੇ ਮਨ 'ਚ ਸ਼ੌਂਕ ਵੀ ਬਹੁਤ ਜ਼ਿਆਦਾ ਸੀ ਜੀ। ਇੰਨਾ ਕੋਈ ਵੀ ਬੱਚਾ ਹਾਰਡ ਵਰਕ ਨਹੀਂ ਕਰਦਾ। ਇਹਨੇ ਇੱਥੋਂ ਟ੍ਰੇਨਿੰਗ ਕਰਕੇ ਜਾਣਾ, ਘਰੇ ਮਤਲਬ ਨਹਾ ਕੇ ਫਿਰ ਬੱਸ ਮਤਲਬ ਰੈਡੀ ਹੁੰਦੀ ਸੀ। ਇਹਨੇ ਮਤਲਬ ਰੋਟੀ ਦੀ ਵਿਚਾਰੇ ਨੇ ਲੋਲੀਪੌਪ ਜਿਹਾ ਬਣਾ ਕੇ ਖਾਂਦੇ ਨੇ, ਪਰੌਂਠੀ ਜੀ ਬਣਾ ਕੇ, ਹਾਂ ਰੋਲ ਬਣਾਉਂਦੇ ਸੀ। ਇਹਨੇ ਰੋਟੀ ਖਾਂਦੇ ਨੇ ਜਾਣਾ ਹੈ ਜੀ। ਫਿਰ ਮਾਂ ਬਾਪ ਨੂੰ ਕਈ ਵਾਰੀ ਹੁੰਦਾ ਤਾਂ ਬੱਚਾ ਸਕੂਲ ਤੋਂ ਦੁਬਾਰਾ ਘਰੇ ਆਇਆ, ਇਹਨੂੰ ਕੁਛ ਖਾਣੇ ਨੂੰ ਦਿੰਦੇ ਸੀ
ਕਈ ਵਾਰੀ ਇਹ ਮਤਲਬ ਟ੍ਰੇਨਿੰਗ ਦੇ ਟਾਈਮ ਜਿਸ ਤਰ੍ਹਾਂ ਜ਼ੋਰ ਜ਼ਿਆਦਾ ਲੱਗਦਾ ਉਲਟੀ ਵੀ ਮਤਲਬ ਕਰ ਦਿੰਦਾ ਸੀ ਜੀ। ਮਤਲਬ ਬਹੁਤ ਮਤਲਬ ਇਹਨੂੰ ਹੌਸਲਾ ਕੋਚ ਨੇ ਮਤਲਬ ਕਹਿਣਾ ਵੀ ਰੋਟੀ ਤਾਂ ਖਾ ਕੇ ਨਹੀਂ ਆਉਣਾ, ਇਹਨੂੰ ਫਿਰ ਭੁੱਖ ਲੱਗੀ ਹੁੰਦੀ ਸੀ ਜੀ। ਇਹਨੇ 3 ਵਜੇ ਘਰੇ ਕੁਛ ਨਾ ਕੁਛ ਖਾ ਪੀ ਕੇ ਜਦ ਆਉਣਾ, 3:30 ਵਜੇ ਟ੍ਰੇਨਿੰਗ ਹੋਣੀ ਤਾਂ ਇਹਨੇ ਉਲਟੀ ਕਰ ਦੇਣੀ ਹੈ ਜੀ। ਫਿਰ ਇਹਦੇ ਫਾਦਰ ਨੇ, ਇਹਦੇ ਪਾਪਾ ਨੇ ਇਹਦੀ ਮੰਮੀ ਨੂੰ ਬੋਲਣਾ ਵੀ ਇਹਨੂੰ ਕਿਉਂ ਖਾਣੇ ਨੂੰ ਦਿੱਤਾ, ਕਿਉਂ ਜੀ। ਮਤਲਬ ਇਹਨੇ ਭਲਵਾਨੀ ਦਾ ਮਤਲਬ ਪੂਰੀ ਡਟ ਕੇ ਭਲਵਾਨੀ ਕੀਤੀ ਜੀ। ਮਤਲਬ ਕਿਸੇ ਵੀ ਬੱਚੇ ਨੇ ਇੰਨਾ ਸਟਰਗਲ ਨਹੀਂ ਕੀਤਾ ਜਿੰਨਾ ਇਹਨੇ ਮਤਲਬ ਚੀਜ਼ਾਂ ਕੀਤਾ ਜੀ। ਇਹ ਹੁੰਦਾ ਜਦੋਂ ਵੀ ਮੈਂ ਕਿਸੇ ਵੀ ਕੋਚ ਦੇ ਨਾਲ ਕੋਈ ਵੀ ਗੇਮ ਦੇ ਜਿਹੜੇ ਟ੍ਰੇਨਰ ਮੈਂ ਕਹਿ ਲਾ ਹੁੰਦੇ ਨੇ, ਮੈਂ ਉਹਨਾਂ ਤੋਂ ਜ਼ਰੂਰ ਇਹ ਸਵਾਲ ਕਰਦਾ ਹੁੰਦਾ ਗੇਮ ਦੇ ਰਿਲੇਟਡ, ਖੇਡ ਦੇ ਰਿਲੇਟਡ। ਜਿਸ ਤਰ੍ਹਾਂ ਤੁਸੀਂ ਭਲਵਾਨੀ ਜਿਹੜਾ ਇੱਥੇ ਅਖਾੜੇ ਦੇ ਵਿੱਚ ਬੱਚਿਆਂ ਨੂੰ ਟ੍ਰੇਨ ਕਰਦੇ ਹੋ, ਮੈਂ ਜ਼ਰੂਰ ਪੁੱਛੂੰਗਾ ਕਿਉਂਕਿ ਬਹੁਤ ਸਾਰੇ ਤੁਹਾਨੂੰ ਵੀ ਸੁਣ ਰਹੇ ਹੋਣੇ ਕਿ ਜਿਹੜੀ ਖੇਡ ਹੈ ਭਲਵਾਨੀ, ਉਸ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਜਿਹੜੀ ਤੁਹਾਨੂੰ ਚਾਹੀਦੀ ਆ ਖੁਰਾਕ ਚਾਹੀਦੀ ਆ, ਕਿਸ ਤਰ੍ਹਾਂ ਦੀ ਖੁਰਾਕ ਹੁੰਦੀ ਆ ਅਤੇ ਕਿੰਨੀ ਕੁ ਜਿਹੜੀ ਜ਼ਰੂਰੀ ਆ ਇਸ ਖੇਡ ਦੇ ਲਈ? ਦੇਖੋ ਜੀ, ਭਲਵਾਨੀ 'ਚ ਜਿਸ ਤਰ੍ਹਾਂ ਕਹਿੰਦੇ ਨਹੀਂ ਆ ਦੌੜਾਕ ਜਿੰਨੀ ਦੌੜ ਚਾਹੀਦੀ ਹੈ ਜੀ। ਜਿਮਨਾਸਟਿਕ ਜਿਹੀ ਜੀ ਜਿਮਨਾਸਟਿਕ, ਪਾਵਰ ਲਿਫਟਰ ਜਿਹੀ ਜੀ ਪਾਵਰ ਲਿਫਟਿੰਗ। ਮਤਲਬ ਭਲਵਾਨੀ 'ਚ ਨਾ ਸਾਰੀ ਚੀਜ਼ਾਂ ਦਾ ਬੰਦੇ 'ਚ ਕੋਂਬੋ ਚਾਹੀਦਾ ਜੀ। ਫਿਰ ਬੰਦਾ ਮਿਕਸ ਹੋਊਗਾ ਤਾਂ ਹੀ ਬੰਦਾ ਤਕੜਾ ਹੋਊਗਾ ਜੀ। ਭਲਵਾਨੀ 'ਚ ਮਤਲਬ ਜਿਹੜਾ ਦਿਮਾਗ ਹੈ, ਹੁਣ ਤੁਸੀਂ ਐਂ ਲਾ ਲਓ 2 ਮਿੰਟ ਦੀ ਕੁਸ਼ਤੀ 3 ਮਿੰਟ ਦੀ ਕੁਸ਼ਤੀ ਹੈ ਜੀ। ਮਤਲਬ ਕੁਛ ਸੈਕਿੰਡ ਦਾ ਸਮਾਂ ਵੀ ਨਹੀਂ ਮਿਲਦਾ ਜੀ ਸੋਚਣੇ ਦਾ ਜੀ। ਤੇ ਜੇਕਰ ਆਪਾਂ ਜਿਸ ਅਖਾੜੇ ਦੇ ਵਿੱਚ ਖੜੇ ਆ, ਇੱਥੋਂ ਦੀ ਮੈਂ ਗੱਲ ਕਰਾਂ, ਤੁਸੀਂ ਟ੍ਰੇਨਿੰਗ ਜਿਹੜੀ ਜਸਪੂਰਨ ਨੇ ਵੀ ਦੱਸਿਆ ਕਿ ਸਵੇਰੇ ਸ਼ਾਮ ਦਿੰਦੇ ਹੋ, ਕਿੰਨੇ ਕੁ ਬੱਚੇ ਨੇ, ਕਿੰਨੇ ਕੁ ਜਿਹੜੇ ਇੱਥੇ ਪਲੇਅਰ ਨੇ ਜਿਹੜੇ ਆਉਂਦੇ ਨੇ ਤੁਹਾਡੇ ਕੋਲ ਟ੍ਰੇਨਿੰਗ ਲੈਂਦੇ? ਸਾਡੇ ਕੋਲ ਮਤਲਬ 40 ਤੋਂ 50 ਬੱਚਿਆਂ ਦਾ ਮਤਲਬ ਟਾਰਗੇਟ ਹੈ ਜਿਹੜੇ ਮਤਲਬ ਟ੍ਰੇਨਿੰਗ ਕਰਦੇ ਆ। 2 ਗਰੁੱਪਾਂ 'ਚ ਕਰਦੇ 40 ਜੀ। ਤੇ ਮਤਲਬ ਸਵੇਰੇ ਸ਼ਾਮ ਟ੍ਰੇਨਿੰਗ ਹੁੰਦੀ ਹੈ ਜੀ ਇੱਥੇ। ਤੇ ਜਸਪੂਰਨ ਨੇ ਦੱਸਿਆ ਕਿ ਵਾਕਿਆ ਦੇ ਵਿੱਚ ਜਦੋਂ ਮੈਡਲ ਆਇਆ ਹੋਣਾ, ਉਹਨਾਂ ਦੇ ਮਾਪਿਆਂ ਨੂੰ, ਜਿਹੜੇ ਪੇਰੈਂਟਸ ਨੇ, ਅਸੀਂ ਉਹ ਵੀਡੀਓਜ਼ ਤਸਵੀਰਾਂ ਵੀ ਦੇਖੀਆਂ ਕਿ ਬਹੁਤ ਖੁਸ਼ੀ ਸੀ। ਪਰ ਤੁਹਾਨੂੰ ਕਿੱਦਾਂ ਦਾ ਲੱਗਿਆ ਕਿ ਜਿਹੜੇ 40-50 ਜਿਹੜੇ ਤੁਸੀਂ ਇੱਥੇ ਪਲੇਅਰ ਨੇ ਉਹਨਾਂ ਨੂੰ ਤਿਆਰ ਕਰ ਰਹੇ ਹੋ ਭਲਵਾਨੀ ਦੇ ਲਈ, ਉਸੇ ਨੇ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਮੁੱਲ ਵੀ ਮੋੜਿਆ, ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ? ਕਿਉਂਕਿ ਮੈਨੂੰ ਲੱਗਦਾ ਮਾਪਿਆਂ ਦੀ ਜਿੰਨੀ ਹੀ ਖੁਸ਼ੀ ਜਿਹੜੀ ਟ੍ਰੇਨਰ ਜਾਂ ਫਿਰ ਇੱਕ ਕੋਚ ਨੂੰ ਹੁੰਦੀ। ਤੇ ਵੈਸੇ 골ਡ ਦੇ 100% ਚਾਂਸ ਤੇ ਸਾਡੀ ਕਮੀ ਕਰਕੇ ਮਤਲਬ ਉਹ 골ਡ ਦੇ ਚਾਂਸ ਹੋ ਗਏ। ਮਤਲਬ ਨਾ ਇਹਦਾ ਪਾਰਟਨਰ ਨਹੀਂ ਹੈ ਜੀ। ਮਤਲਬ ਅਸੀਂ ਫੋਰਨ ਤੋਂ ਪਾਰਟਨਰ ਮਤਲਬ ਸਪੈਸ਼ਲ ਬੁਲਾਏ ਤੇ ਉਹਨਾਂ ਨੇ ਵੀ ਕੁਝ ਸਮਾਂ ਇਹਦੇ ਨਾਲ ਟ੍ਰੇਨਿੰਗ ਕਰਕੇ ਉਹਨਾਂ ਨੇ ਵੀ ਹੱਥ ਖੜੇ ਕਰਤੇ ਆ। ਮਤਲਬ ਇਹਨੂੰ ਮਤਲਬ ਜਿਸ ਤਰ੍ਹਾਂ ਕਹਿੰਦੇ ਨਹੀਂ ਆ ਬਰਾਬਰ ਦੀ ਪਾਵਰ ਵਾਲਾ, ਮਤਲਬ ਆਪਾਂ ਆਪਣੀ ਜਿੰਨੀ ਪਾਵਰ ਦਾ ਜ਼ੋਰ ਲਾਉਂਗੇ ਉਨੀ ਪਾਵਰ ਵੱਧਦੀ ਹੈ ਜੀ। ਮਤਲਬ ਇਹਨੂੰ ਉਸ ਮਾਹੌਲ ਦੀ ਟ੍ਰੇਨਿੰਗ ਵੀ ਨਹੀਂ ਮਿਲੀ, ਪਰ ਇਹਨੇ ਆਪਣੀ ਟ੍ਰੇਨਿੰਗ ਪੂਰੀ ਕਰੀ ਹੈ। ਮਤਲਬ ਆਪਾਂ ਕਹਿੰਦੇ ਨਾ, ਹੁਣ ਆਪਾਂ ਪਾਰਟਨਰ ਬਰਾਬਰ ਦਾ ਹੋਵੇ, ਬਰਾਬਰ ਦੇ ਪਾਰਟਨਰ ਨਾਲ ਅਸੀਂ ਟ੍ਰੇਨਿੰਗ ਕਰੂੰਗੇ ਤਾਂ ਉਹਦਾ ਬੈਨੀਫਿਟ ਮਿਲਦਾ ਹੈ ਜੀ। ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿਉਂਕਿ ਜਦੋਂ ਵੀ ਕਿਸੇ ਪਲੇਅਰ ਦਾ ਮੈਡਲ ਆਉਂਦਾ ਤਾਂ ਉਸ ਤੋਂ ਬਾਅਦ ਇਹੀ ਕਹਿ ਦਿੱਤਾ ਜਾਂਦਾ ਕਿ 골ਡ ਕਿਉਂ ਨਹੀਂ ਮਿਲਿਆ ਜਾਂ ਫਿਰ ਸਿਲਵਰ ਉਸਨੇ ਕਿਉਂ ਨਹੀਂ ਹਾਸਿਲ ਕੀਤਾ, ਕਿਤੇ ਨਾ ਕਿਤੇ ਕਮੀ ਰਹੀ ਆ। ਪਰ ਕੋਚ ਨੇ, ਟ੍ਰੇਨਰ ਨੇ ਖੁਦ ਜਿਹੜੀ ਜ਼ਿੰਮੇਵਾਰੀ ਲਈ ਆ ਕਿ ਸਾਡੇ ਵੱਲੋਂ ਹੀ ਕਿਤੇ ਨਾ ਕਿਤੇ ਕਮੀ ਰਹਿ ਗਈ, ਜੇਕਰ ਉਹ ਵੀ ਪੂਰੀ ਹੋ ਜਾਂਦੀ ਤਾਂ ਇਹਨਾਂ ਦਾ 골ਡ ਵੀ ਆ ਜਾਂਦਾ। ਜਸਪੂਰਨ, ਤੁਸੀਂ ਬ੍ਰੌਂਜ਼ ਜਿੱਤਿਆ, ਉਮੀਦ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ 골ਡ ਤੱਕ ਵੀ ਪਹੁੰਚੋ। ਪਰ ਇੱਕ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਅਗਲਾ ਜਿਹੜਾ ਟਾਰਗੇਟ ਆ ਹੁਣ ਕੀ ਦੇਖ ਰਹੇ ਹੋ? ਕਿਉਂਕਿ 3 ਸਾਲ ਪਹਿਲਾਂ ਤੁਸੀਂ ਇਟਲੀ ਦੀਆਂ ਖੇਡਾਂ ਦੇ ਵੱਲ ਧਿਆਨ ਸੀ, ਅਤੇ ਇਸ ਤੋਂ ਬਾਅਦ ਕਿਹੜੀਆਂ ਜਿਹੜੇ ਤੁਹਾਡੇ ਮਾਈਂਡ ਦੇ? ਅਗਲਾ ਟਾਰਗੇਟ 2024 ਪਹਿਲਾਂ ਪੈਰਿਸ ਓਲੰਪਿਕ ਦਾ ਹੀ, ਜੇ ਉੱਥੇ ਵੀ ਪਹਿਲਾਂ ਕੁਆਲੀਫਾਈ ਕਰਨ ਦੀ ਪੂਰੀ ਉੱਥੇ ਟਰਾਈ ਰਹੂਗੀ, ਤੇ 2028 ਓਲੰਪਿਕ ਦਾ ਮੇਨ 골ਡ ਦਾ ਟਾਰਗੇਟ ਰੱਖਿਆ ਹੋਇਆ ਜੀ। 2028 LA ਓਲੰਪਿਕ ਹੋ ਰਿਹਾ ਜੀ, ਉੱਥੇ ਦਾ ਟਾਰਗੇਟ ਪੱਕਾ। 2026 ਚ ਕਾਮਨਵੈਲਥ ਗੇਮ ਆਸਟ੍ਰੇਲੀਆ ਹੋ ਰਹੀ ਹੈ ਜੀ, ਉੱਥੇ ਦਾ ਟਾਰਗੇਟ ਆ। ਉਹ 2 ਦਾ ਮੇਨ ਹੈ, ਪਰ ਪਹਿਲਾਂ 2024 ਵੀ ਉੱਥੇ ਕੁਆਲੀਫਾਈ ਕਰਨ ਦੀ ਪੂਰੀ ਆਸ ਰੱਖੀ ਹੋਈ ਹੈ ਜੀ। ਉਹ ਪਹਿਲਾਂ ਟਾਰਗੇਟ ਰੱਖਿਆ ਹੋਇਆ ਜੀ ਮੈਂ। ਤੇ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਇਸ ਭਲਵਾਨੀ ਦੀ ਸ਼ੁਰੂਆਤ ਕੀਤੀ, ਤੁਹਾਡੇ ਫਾਦਰ ਸਾਹਿਬ ਵੀ ਜਿਹੜੇ ਪਹਿਲਾਂ ਭਲਵਾਨ ਰਹੇ ਨੇ, ਉਹ ਵੀ ਕਰਦੇ ਰਹੇ ਨੇ। ਕਿਹੋ ਜਿਹਾ ਜਦੋਂ ਤੁਸੀਂ ਘਰੇ ਦੱਸਿਆ ਹੋਣਾ ਕਿ ਮੈਂ ਵੀ ਭਲਵਾਨੀ ਕਰਨਾ ਚਾਹੁੰਦਾ, ਕਿਹੋ ਜਿਹਾ ਮਹਿਸੂਸ ਹੋਇਆ ਜਦੋਂ ਇੱਕ ਪਿਤਾ ਨੂੰ ਲੱਗਿਆ ਕਿ ਜਿਹੜੀ ਖੇਡ ਦੇ ਵਿੱਚ ਮੈਂ ਨਾਮ ਚਮਕਾਇਆ, ਉਸੇ ਖੇਡ ਦੇ ਵਿੱਚ ਹੁਣ ਮੇਰਾ ਪੁੱਤਰ ਉਹ ਵੀ ਜਾ ਰਿਹਾ? ਪਰ ਸ਼ੁਰੂ ਤੋਂ ਮੇਰੇ ਪਾਪਾ ਦੱਸਦੇ ਹੁੰਦੇ ਵੀ ਬਰਥ ਤੋਂ ਪਹਿਲਾਂ ਹੀ ਵੀ ਮੰਮਾ ਨੂੰ ਖੁਰਾਕ ਦਿੰਦੇ ਹੁੰਦੇ ਨੇ ਵੀ ਇਹ ਵੀ ਕਹਾਂ ਵੀ ਬੱਚਾ ਵੀ ਤਕੜਾ ਹੋਵੇ। ਤੇ ਉਹੀ ਕਹਾਂ ਹੌਲੀ ਹੌਲੀ ਇੰਟਰਸਟ ਮੇਰਾ ਵੀ ਸ਼ੁਰੂ ਤੋਂ ਹੀ ਇੰਟਰਸਟ ਰਿਹਾ ਜੀ, ਵੀ ਰੈਸਲਰ ਵੀ ਸ਼ੁਰੂ ਤੋਂ ਭਲਵਾਨ ਹੀ ਬਣਦਾ। ਛੋਟੇ ਹੁੰਦੇ ਤੇ ਬਸ ਉੱਥੇ ਪਹਿਲਾਂ ਇੱਥੇ ਆਪਣੇ ਖਾੜਾ ਤੋਂ ਉੱਥੇ ਥੋੜ੍ਹਾ ਬਹੁਤ ਖੇਲਦੇ ਰਹਿੰਦੇ, ਫਿਰ ਭਲਵਾਨ ਜੀ ਨੇ ਉਰੇ ਬਾਹਰ ਦੇ ਕੋਚ ਲਿਆਂਦੇ ਤੇ ਇੱਥੇ ਟ੍ਰੇਨਿੰਗ ਕਰਨ ਲੱਗ ਗਏ, ਤੇ ਫਿਰ ਹੋਰ ਇੰਟਰਸਟ ਹੋਰ ਵੱਧ ਗਿਆ ਜੀ। ਜਦ ਪਤਾ ਲੱਗਿਆ ਵੀ ਐਕਣ ਓਲੰਪਿਕਸ ਹੁੰਦੀ ਹੈ, ਜਦ ਪਹਿਲਾਂ ਛੋਟੇ ਹੁੰਦੇ ਦਾ ਪਤਾ ਨਹੀਂ ਸੀ, ਬਸ ਜਿੰਨਾ ਮਿੱਟੀ ਤੱਕ ਦਾ ਉਹਨਾਂ ਦਾ ਪਤਾ ਤਾ। ਪਰ ਹੁਣ ਜਦ ਜ਼ਿਆਦਾ ਬੜਾ ਪਤਾ ਲੱਗਿਆ, ਫਿਰ ਹੋਰ ਦਿਲ 'ਚ ਹੁੰਦਾ ਵੀ ਆਪਾਂ ਵੀ ਆਹ ਚੀਜ਼ ਕਰਕੇ ਦੇਖਣੀ ਹੈ, ਕਰਕੇ ਦਿਖਾਉਣੀ ਹੈ ਜੀ। ਹਾਂਜੀ, ਟ੍ਰੇਨਰ ਸਾਹਿਬ, ਕੋਚ ਸਾਹਿਬ ਨੇ ਇਹ ਵੀ ਗੱਲ ਆਖੀ ਸੀ ਕਿ ਜਿਹੜੇ ਜਾਰਜੀਆ ਦੇ ਕੋਚ ਸੀ, ਕਿ ਵਿਦੇਸ਼ਾਂ ਤੋਂ ਵੀ ਜਿਹੜੇ ਕੋਚ ਸੀ ਉਹਨਾਂ ਤੋਂ ਵੀ ਤੁਸੀਂ ਟ੍ਰੇਨਿੰਗ? ਸ਼ੁਰੂ ਤੋਂ ਵਿਦੇਸ਼ੀ ਕੋਚ ਆਏ, ਜਿੱਥੇ ਮੈਂ ਉਰੇ ਭਲਵਾਨ ਜੀ ਕੋਲ ਜਿੱਦਾਂ ਸ਼ੁਰੂ ਤੋਂ ਵਿਦੇਸ਼ੀ ਕੋਚ ਆਏ ਉਰੇ। 2014 ਤੋਂ ਪਹਿਲਾਂ ਵਲਾਦੀਮੀਰ ਕੋਚ ਸਾਹਿਬ ਆਏ ਤੇ ਉਹ ਆਪਣਾ ਜਾਰਜੀਆ ਤੋਂ ਸੀ, ਤੇ 2 ਸਾਲ ਉਹਨਾਂ ਨੇ ਲਾਏ, ਤੇ ਫਿਰ ਜਾਰਜੀਆ ਤੋਂ ਕੋਚ ਆਏ, ਤੇ ਹੁਣ ਦੁਬਾਰਾ 2 ਵਾਰ, ਹੁਣ ਪਿਛਲੀ ਵਾਰ ਇਰਾਨੀ ਕੋਚ ਆਏ ਤੇ ਹੁਣ ਵੀ ਇਰਾਨੀ ਕੋਚ ਆਏ ਉਰੇ।
ਜਿਹੜੇ ਇਸ ਪਿਛਲੀ ਵਾਰ ਕੋਚ ਸਾਹਿਬ ਆਏ ਤੇ ਉਹਨਾਂ ਦਾ ਨਾਮ ਰਜ਼ਾ ਆਜ਼ਮੀ, ਉਹ ਖੁਦ ਵੀ ਆਪਣਾ ਜੂਨੀਅਰ ਕੈਡਟ 'ਚ ਵਰਲਡ ਚੈਂਪੀਅਨ ਰਹੇ ਆ। ਤੇ ਜਿਹੜੇ ਹੁਣ ਕੋਚ ਸਾਹਿਬ ਆਏ ਆ ਇਹ ਆਪਣਾ 2020 ਟੋਕੀਓ ਓਲੰਪਿਕਸ ਈਰਾਨ ਦੀ ਟੀਮ ਦੇ ਕੋਚ ਬਣ ਕੇ ਗਏ ਸੀ ਰੈਸਲਿੰਗ ਦੇ। ਖੁਦ ਬਹੁਤ ਬੜਾ ਐਕਸਪੀਰੀਅੰਸ ਹੈ ਜਿਹੜੇ ਹੁਣ ਕੋਚ ਸਾਹਿਬ ਆਏ ਤੇ ਆ। ਮੈਂ ਤੁਹਾਨੂੰ ਇੱਕ ਨਾ ਇਹ ਵੀ ਜ਼ਰੂਰ ਪੁੱਛੂੰਗਾ, ਮੈਂ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਜਾਂ ਫਿਰ ਇੰਡੀਆ ਦੇ ਕੋਚ ਨੇ ਜਿਹੜੇ ਉਹ ਵੀ ਬਹੁਤ ਉਹਨਾਂ ਨੇ ਕੁਝ ਜ਼ਿੰਦਗੀ ਦੇ ਵਿੱਚ ਹੰਢਾਇਆ, ਉਸ ਤੋਂ ਬਾਅਦ ਇਹ ਕੋਚ ਬਣੇ ਨੇ, ਪਰ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਵਿਦੇਸ਼ਾਂ ਤੋਂ ਜਿਹੜੇ ਕੋਚ ਨੇ ਉਹਨਾਂ ਤੋਂ ਟ੍ਰੇਨਿੰਗ ਲਈ ਐਕਸਪੀਰੀਅੰਸ ਬਹੁਤ ਮਿਲਿਆ, ਕਿ ਵਾਕਿਆ ਦੇ ਵਿੱਚ ਜਿਹੜੇ ਵਿਦੇਸ਼ ਤੋਂ ਕੋਚ ਆਉਂਦੇ ਨੇ ਉਹ ਕੋਈ ਪਲੇਅਰ ਦੇ ਲਈ ਪਲੱਸ ਪੁਆਇੰਟ ਹੋ ਜਾਂਦਾ? ਕਿਉਂਕਿ ਆਪਾਂ ਨੀਰਜ ਚੋਪੜਾ ਨੂੰ ਦੇਖਿਆ, ਉਹਨਾਂ ਨੇ ਵੀ ਬਾਹਰ ਜਿਹੜੀ ਆਪਣੀ ਪ੍ਰੈਕਟਿਸ ਕੀਤੀ, ਹਰਿਆਣਾ ਦੇ ਜਿਹੜੇ ਐਥਲੀਟ ਨੇ, ਪਰ ਕੀ ਪਲੱਸ ਪੁਆਇੰਟ ਹੁੰਦਾ? ਕਿਉਂਕਿ ਬਹੁਤ ਸਾਰੀਆਂ ਟੈਕਨੀਕ ਮੈਨੂੰ ਲੱਗਦਾ ਅਜਿਹੀਆਂ ਹੁੰਦੀਆਂ ਨੇ ਕਿ ਬਹੁਤ ਕੁਝ ਜਿਹੜਾ ਸਿੱਖਣ ਨੂੰ ਵੀ ਜ਼ਰੂਰ ਮਿਲਦਾ। ਹਾਂਜੀ, ਬਸ ਟੈਕਨੀਕ ਉਹਨਾਂ ਨੂੰ ਜ਼ਿਆਦਾ ਥੋੜੀ ਉਹ ਆ, ਨੌਲੇਜ ਲਾ ਲਓ, ਥੋੜਾ ਕੋਚਿੰਗ ਦਾ ਉਹਨਾਂ ਨੂੰ ਤਜਰਬਾ ਜ਼ਿਆਦਾ ਹੁੰਦਾ ਜੀ। ਕੋਚ ਤਾਂ ਆਪਣੇ ਵੀ ਉਰੇ ਬਹੁਤ ਵਧੀਆ ਹੈਗੇ ਆ, ਪਰ ਸਾਨੂੰ ਹਾਲੇ ਤੱਕ ਕੋਈ ਇੰਨਾ ਕੋਚ ਸਾਹਿਬ ਉਰੇ ਮਿਲੇ ਨਹੀਂ, ਤਾਂ ਬਾਹਰ ਤੇ ਸ਼ੁਰੂ ਤੋਂ ਬਾਹਰ ਦੀ ਕੋਚ ਨਹੀਂ ਉਰੇ, ਤਾਂ ਉਹਨਾਂ ਨਾਲ ਟ੍ਰੇਨਿੰਗ ਕਰਕੇ ਉੱਕਣਾ ਦਾ ਹੀ ਨਾਲ ਦੇ ਹੋ ਜਾਂਦੇ ਆਪਾਂ ਵੀ, ਜਿੱਕਣਾ ਉਹ ਟ੍ਰੇਨਿੰਗ ਕਰਾਉਂਦੇ ਉੱਕਣਾ ਦੇ। ਹੁਣ ਸ਼ੁਰੂ ਤੋਂ ਬਾਹਰਲੇ ਕੋਚਾਂ ਦੀ ਟ੍ਰੇਨਿੰਗ ਕਰਦੇ ਉੱਕਣਾ ਦਾ ਹੀ ਸਰੀਰ ਹੋਇਆ ਵਾ, ਇੱਧਰ ਵਾਲੀ ਘੱਟ ਹੁੰਦੀ ਹੈ, ਬਾਹਰ ਵਾਲੀ ਜ਼ਿਆਦਾ ਹੋ ਜਾਂਦੀ ਹੈ ਹਲੇ। ਜ਼ਿਕਰ ਵੀ ਕੀਤਾ ਸੀ ਕਿ ਜ਼ਿਲ੍ਹਾ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਆ ਜਿਹੜਾ ਬਹਿਰਾਮਪੁਰ, ਤੇ ਇੱਕ ਜਦੋਂ ਤੁਸੀਂ ਪਹਿਲਾਂ ਇੱਥੋਂ ਟ੍ਰੇਨਿੰਗ ਕਰਕੇ ਉੱਥੇ ਜਾਂਦੇ ਹੋਵੋਗੇ, ਉਦੋਂ ਇੱਕ ਕਹਿੰਦੇ ਨੇ ਕਿ ਪਲੇਅਰ ਆਇਆ ਉੱਥੇ, ਪਰ ਜਦੋਂ ਤੁਸੀਂ ਮੈਡਲ ਲੈ ਕੇ ਉੱਥੇ ਗਏ ਹੋਵੋਗੇ, ਕਿਹੋ ਜਿਹਾ ਮਾਹੌਲ ਸੀ ਪਿੰਡ ਦੇ ਵਿੱਚ? ਪਿੰਡ ਤੋਂ ਪਹਿਲਾਂ ਹੀ ਮੇਰਾ ਵੀਰਾ ਵੀ ਭਲਵਾਨ ਹੈ ਤਕੜਾ, ਉਹ ਆਪਣਾ ਦੰਗਲਾਂ 'ਚ ਵਧੀਆ 1 ਨੰਬਰ ਤੇ ਹੀ ਚੱਲਦਾ, ਹੁਣ ਵੀ 1 ਨੰਬਰ ਤੇ ਹੀ ਹੈ। ਤਾਂ ਪਿੰਡ ਵਾਲਿਆਂ ਨੂੰ ਤਾਂ ਪਹਿਲਾਂ ਵੀ ਪਿੰਡ ਵਾਲਿਆਂ ਨੂੰ ਇੰਨਾ ਪਤਾ ਨਹੀਂ ਸੀ, ਪਿੰਡ ਵਾਲਿਆਂ ਨੂੰ ਅਸੀਂ ਉੱਥੇ ਰਹਿੰਦਾ ਟ੍ਰੇਨਿੰਗ ਕਰਦਾ। ਕਿਉਂਕਿ ਮੈਨੂੰ ਲੱਗਦਾ ਬਹੁਤ ਸਾਰੇ ਮੁੰਡੇ ਅਕਸਰ ਖੇਡਦੇ ਰਹਿੰਦੇ ਨੇ, ਪਿੰਡ ਵਾਲਿਆਂ ਨੂੰ ਇਹੀ ਹੁੰਦਾ ਕਿ ਚਲੋ ਸ਼ਾਮ ਨੂੰ ਖੇਡਣ ਚਲਾ ਜਾਂਦਾ। ਜਦ ਆਪਣਾ ਉਰੀ ਟ੍ਰੇਨਿੰਗ ਕਰਦਾ ਤਾਂ ਉਰੇ ਅਸੀਂ ਘਰ ਲੱਤਾ ਆਪਣਾ ਕਿਰਾਏ ਤੇ ਹੀ ਆਪਣਾ, ਉਹ ਤੋਂ ਬਾਅਦ ਫਿਰ ਸ਼ਨੀ ਐਤਵਾਰ ਪਿੰਡ ਜਾਂਦੇ ਤੇ ਉੱਥੇ ਮੈਂ ਘਰੇ ਰਹਿੰਦਾ ਹੁੰਦਾ, ਤਾਂ ਜ਼ਿਆਦਾ ਇੰਨਾ ਬਾਹਰ ਜਾਂਦਾ ਵੀ ਨਹੀਂ। ਤੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਲੱਗਿਆ, ਪਹਿਲਾਂ ਜਦ ਵਰਲਡ ਚੈਂਪੀਅਨਸ਼ਿਪ ਦੀ ਸਿਲੈਕਸ਼ਨ ਹੋਈ ਫਿਰ ਪਤਾ ਲੱਗਿਆ, ਤੇ ਉਹ ਤੋਂ ਬਾਅਦ ਜਦ ਮੈਡਲ ਆ ਗਿਆ ਫਿਰ ਜ਼ਿਆਦਾ ਬੜੀ ਗੱਲ ਹੋ ਗਈ। ਤੇ ਪਿੰਡ ਵਾਲਿਆਂ ਨੂੰ ਵੀ ਹੁੰਦਾ ਪਿੰਡ ਨੂੰ ਮਾਣ ਮਹਿਸੂਸ ਕਿ ਜਿਹੜਾ ਖਿਡਾਰੀ ਜਾਂਦਾ ਸੀ। ਹਾਂ, ਪਿੰਡ ਵਾਲਿਆਂ ਨੂੰ ਤਾਂ ਖੁਸ਼ੀ ਹੁੰਦੀ ਹੈ, ਉੱਥੇ ਪੋਸਟਰ ਵੀ ਲਾਏ ਹੋਏ ਪਿੰਡ ਵਾਲਿਆਂ ਨੇ, ਪਿੰਡ ਦੇ ਬਾਹਰ ਜਦ ਐਂਟਰੀ ਹੁੰਦੀ ਆ ਉਹਨਾਂ ਨੂੰ, ਪਿੰਡ ਵਾਲਿਆਂ ਨੂੰ ਵੀ ਬਹੁਤ ਖੁਸ਼ੀ ਹੈ ਜੀ। ਤੇ ਹੁਣ ਸਾਨੂੰ ਉੱਥੇ ਆਪਣਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਜ਼ਿਲ੍ਹਾ ਖੇਡ ਅਫਸਰ ਨੇ, DC ਸਾਹਿਬ ਨੇ, ਉਹ ਸਹੂਲਤਾਂ ਵੀ ਦੇ ਰਹੇ ਨੇ ਜੀ। ਹੁਣ ਉੱਥੇ ਸਾਨੂੰ ਆਪਣਾ ਉੱਥੇ ਹਾਲ ਬਣਾ ਕੇ ਦੇ ਰਹੇ, ਕਈ ਵਾਰ ਉੱਥੇ ਟ੍ਰੇਨਿੰਗ ਕਰਨੀ ਹੋਵੇ ਉੱਥੇ ਵੀ ਸਾਡੇ ਆਪਣਾ ਬੱਚੇ ਟ੍ਰੇਨਿੰਗ ਕਰਦੇ ਉਹਨਾਂ ਵਾਸਤੇ ਜੀ। ਮੈਂ ਤਾਂ ਇੱਥੇ ਉਰੀ ਕਰਦਾ ਜੀ, ਸ਼ੁਰੂ ਤੇ ਉਰੀ ਕਰੂੰਗਾ ਜੀ। ਤੁਸੀਂ ਵੱਡਾ ਮੁਕਾਮ ਜ਼ਿੰਦਗੀ ਦੇ ਵਿੱਚ ਹਾਸਿਲ ਕੀਤਾ, ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਮੈਡਲ ਜਿੱਤਿਆ, ਕਿ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਤੁਹਾਡੇ ਨਾਲ ਜਿਹੜਾ ਕਹਿ ਲਾਂ ਕਿ ਗੱਲਬਾਤ ਹੋਈ ਜਾਂ ਕੁਝ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਜਿਹੜਾ ਸਰਕਾਰ ਦੇ ਵੱਲੋਂ ਪਹੁੰਚਿਆ? ਹਾਂਜੀ, ਭਗਵੰਤ ਮਾਨ ਸਾਹਿਬ ਨੇ ਜਿੱਦਣ ਅਸੀਂ ਆਏ ਉਦੋਂ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ, ਟਵੀਟ ਕਰਕੇ ਆਪਣਾ ਇੰਸਟਾਗ੍ਰਾਮ ਤੇ ਵੀ ਪਾਇਆ ਹੋਇਆ ਸੀ, ਤੇ ਜਿੱਦਣ ਆਪਣਾ ਨਰਿੰਦਰ ਮੋਦੀ ਜੀ ਨੇ ਵੀ ਟਵੀਟ ਕੀਤਾ ਹੋਇਆ ਸੀ। ਤੇ ਆਪਣਾ ਬਾਕੀ ਖੇਡ ਅਫਸਰ DC ਸਰ ਉਹਨਾਂ ਤਾਂ ਕੋਲ ਜਾ ਕੇ ਆਪਣੇ ਕੋਲ ਬਿਠਾ ਕੇ ਗੱਲਾਂ ਬਾਤਾਂ ਕਰੀਆਂ ਜੀ, ਤੇ ਖੁਸ਼ੀ ਹੋਈ ਜੀ ਬਹੁਤ। ਇੱਕ ਮੈਂ ਬਹੁਤ ਦੇਖਦਾ ਕਿ ਜੇਕਰ ਆਪਾਂ ਅੱਜ ਦੀ ਗੱਲ ਕਰ ਲਈਏ, ਬਹੁਤ ਸਾਰੇ ਪਲੇਅਰ ਨੇ ਜਿਹੜੇ ਖੇਡਾਂ ਨੂੰ ਛੱਡ ਕੇ ਵਿਦੇਸ਼ਾਂ ਦਾ ਰੁਖ ਕਰਦੇ ਨੇ। ਮੈਂ ਅਖੀਰ ਦੇ ਵਿੱਚ ਹਰੇਕ ਖਿਡਾਰੀ ਤੋਂ ਇਹ ਜਾਣਨਾ ਚਾਹਣਾ ਹੁੰਦਾ ਕਿ ਉਹ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ। ਮੈਨੂੰ ਲੱਗਦਾ ਕਿ ਜੇਕਰ ਕੋਈ ਪਲੇਅਰ ਮੈਸੇਜ ਦੇਊਗਾ ਤਾਂ ਉਹ ਯੂਥ ਤੱਕ ਆਸਾਨੀ ਦੇ ਨਾਲ ਪਹੁੰਚੂ ਤੇ ਯੂਥ ਉਸ ਨੂੰ ਸਮਝੂਗਾ ਵੀ। ਕੀ ਮੈਸੇਜ ਹੈ ਜਿਹੜਾ ਯੂਥ ਨੂੰ ਮੈਂ ਤੁਸੀਂ ਇਹ ਚੀਜ਼ ਦੇਣਾ ਚਾਹੁੰਦਾ ਵੀ ਆਪਣੀ ਕੋਈ ਨਾ ਕੋਈ ਇੱਕ ਆਪਣਾ ਰੈਸਲਿੰਗ, ਮੈਂ ਇਕੱਲਾ ਰੈਸਲਿੰਗ ਨੂੰ ਪ੍ਰੈਫਰ ਨਹੀਂ ਕਰੂੰਗਾ, ਜਿਨ੍ਹਾਂ ਨੂੰ ਜਿਹੜੀ ਸਪੋਰਟਸ ਵਧੀਆ ਲੱਗਦੀ ਹੈ ਕਰੋ, ਤੇ ਆਪਣਾ ਇੱਕ ਟਾਰਗੇਟ ਰੱਖ ਕੇ ਚਲੋ ਜੀ। ਜੇ ਆਪਾਂ ਟਾਰਗੇਟ ਰੱਖੂਗੇ ਤਾਂ ਆਪਾਂ ਨੂੰ ਵੀ ਹੋਊਗਾ ਦਿਮਾਗ 'ਚ ਵੀ ਹਾਂ ਆਪਾਂ ਨੇ ਉਹ ਚੀਜ਼ ਲੈਣੀ ਆ, ਹਾਸਲ ਕਰਨੀ ਹੈ। ਜੇ ਟਾਰਗੇਟ ਨਹੀਂ ਹੈਗਾ ਫਿਰ ਤਾਂ ਆਪਾਂ ਬਸ ਚੱਲੀ ਜਾਂਦੇ ਹਾਂ, ਕੋਈ ਉਹਦਾ ਉਹੀ ਨਹੀਂ ਹੈਗਾ। ਜੇ ਟਾਰਗੇਟ ਰੱਖੂਗੇ ਤਾਂ ਸਾਰਿਆਂ ਨੂੰ ਆਹੀ ਕਹਿਣਾ ਚਾਹੁੰਦਾ, ਆਪਣੀ ਗੇਮ ਕਰੋ, ਜਿਹੜੀ ਗੇਮ ਉਹਨਾਂ ਨੂੰ ਵਧੀਆ ਲੱਗਦੀ ਆ ਜਾਂ ਜਿਹੜੀ 'ਚ ਉਹ ਆਪਣਾ ਉਹ ਇੰਟਰਸਟ ਰੱਖਦੇ ਆ, ਤੇ ਆਪਣਾ ਟਾਰਗੇਟ ਰੱਖ ਕੇ ਚੱਲੋ। ਹਾਂਜੀ, ਸੋ ਇਹ ਸਨ ਸਾਡੇ ਨਾਲ ਜਸਪੂਰਨ, ਜਿਨ੍ਹਾਂ ਨੇ ਕਿ ਇਟਲੀ ਦੇ ਵਿੱਚ ਖੇਡਾਂ ਹੋਈਆਂ ਸਨ ਅੰਡਰ 17 ਵਰਲਡ ਚੈਂਪੀਅਨਸ਼ਿਪ, ਜਿੱਥੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਅਗਲੀਆਂ ਜਿਹੜਾ ਉਹਨਾਂ ਦਾ ਟਾਰਗੇਟ ਜਿਹੜਾ ਉਹਨਾਂ ਨੇ ਰੱਖਿਆ ਹੋਇਆ 2024 ਜਾਂ ਫਿਰ 2026 ਜਾਂ ਫਿਰ ਓਲੰਪਿਕ 2028 ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਹੁਣ ਬ੍ਰੌਂਜ਼ ਮੈਡਲ ਤੋਂ ਉਛਾਲ ਜਿਹੜੀ ਤੁਸੀਂ 골ਡ ਮੈਡਲ ਤੱਕ ਜ਼ਰੂਰ ਪਹੁੰਚੋ। ਤੇ ਕੋਚ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਕਮੀ, ਮੈਂ ਇਹ ਵੀ ਉਮੀਦ ਕਰਦਾ ਕਿ ਉਹ ਕਮੀ ਜਿਹੜੀ ਜਲਦ ਤੋਂ ਜਲਦ ਦੂਰ ਹੋਵੇ। ਤੇ ਬਾਕੀ ਕੰਮ ਸਰਕਾਰਾਂ ਦਾ ਹੁੰਦਾ, ਕਿਉਂਕਿ ਜੇਕਰ ਸਰਕਾਰਾਂ ਕਿਸੇ ਖਿਡਾਰੀ ਦਾ ਹੱਥ ਫੜਨਗੀਆਂ ਤਾਂ ਬਹੁਤ ਜਿਹੜੀ ਹੌਸਲਾ ਅਫਜ਼ਾਈ ਉਸ ਖਿਡਾਰੀ ਦੀ ਹੁੰਦੀ ਆ। ਤਾਂ ਫਿਲਹਾਲ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਖਿਡਾਰੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।